ਵਾਹਿਗੁਰੂ ਜੀ ਕਾ ਖਾਲਸਾ, ਬੋਲੋ ਸਾਰੇ ਵਾਹਿਗੁਰੂ ਜੀ ਕੀ ਫਤਿਹ। ਜੋ ਭੱਟਾਂ ਦੇ ਸੋਈਏ ਅਰਥਾਂ ਸਮੇਤ ਪ੍ਰਾਰੰਭ ਹੋਣ ਲੱਗੇ ਨੇ। ਪਹਿਲਾ ਭੂਮਿਕਾ ਜੋ ਥਾਨਕਾ ਹੈ ਉਹ ਇਸ ਪ੍ਰਕਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਸਿੱਧ ਬਾਣੀ ਭੱਟਾਂ ਦੇ ਸਵਈਏ, ਜੋ ਕਿ 1399 ਤੋਂ 1409 ਤੱਕ ਉਹਨਾਂ ਦੀ ਥਾਨਕਾ ਸੰਪਰਦਾਇ ਵਿਦਵਾਨ ਵਿਖਿਆਕਾਰ ਵਿਆਖਿਆਕਾਰ ਗੁਣੀ ਗਿਆਨੀ ਮਹਾਂਪੁਰਸ਼ ਇਸ ਪ੍ਰਕਾਰ ਸੁਣਾਉਂਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਕਿ ਇੱਕ ਸਮੇਂ ਬ੍ਰਹਮਪੁਰੀ ਵਿੱਚ ਦੇਵਤਿਆਂ ਦੀ ਬਹੁਤ ਭਾਰੀ ਸਭਾ ਲੱਗੀ। ਸਾਰੇ ਦੇਵਤੇ ਹਾਜ਼ਰ ਹੋਏ। ਜਿਸ ਸਮੇਂ ਦੇਵਤਿਆਂ ਵਿੱਚੋਂ ਪ੍ਰਮੁੱਖ ਸ੍ਰੀ ਵਿਸ਼ਨੂੰ ਜੀ ਮਹਾਰਾਜ ਸਭਾ ਵਿਖੇ ਆਣ ਪਹੁੰਚੇ ਤਾਂ ਸਤਿਕਾਰ ਲਈ ਸਾਰੇ ਦੇਵਤੇ ਅਦਬ ਨਾਲ ਹੱਥ ਜੋੜ ਉੱਠ ਕੇ ਖੜ੍ਹੇ ਹੋ ਗਏ। ਪਰੰਤੂ ਬ੍ਰਹਮਾ ਜੀ ਅਤੇ ਚਾਰੇ ਵੇਦਾਂ ਦੇ ਸਰੂਪ ਨਾ ਪੜ੍ਹੇ ਹੋਏ ਖੜ੍ਹੇ ਹੋਏ। ਬ੍ਰਹਮਾ ਦੇ ਚਾਰੇ ਸਰੂਪ ਵੇਦਾਂ ਦੇ ਨਾ ਖੜ੍ਹੇ ਹੋਏ। ਇਹਨਾਂ ਨੂੰ ਇਹ ਹੰਕਾਰ ਸੀ ਕਿ ਸਾਡੀ ਚੱਲ ਰਹੀ ਮਰਜ਼ਾਦਾ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਸਾਡੇ ਤੋਂ ਬਗੈਰ ਸਾਡੀ ਮਰਜ਼ਾਦਾ ਹੀ ਵਿਗੜ ਸਕਦੀ ਹੈ। ਬ੍ਰਹਮਾ ਨੂੰ ਇਹ ਹੰਕਾਰ ਸੀ ਕਿ ਮੇਰੇ ਤੋਂ ਬਿਨਾਂ ਵੇਦਾਂ ਨੂੰ ਕੌਣ ਪੜ੍ਹਦਾ, ਭਾਵ ਕੋਈ ਨਹੀਂ ਵੇਦ ਸੁਣਾ ਸਕਦਾ ਸੀ, ਨਾ ਹੀ ਕੋਈ ਕਿਰਿਆ ਕਰਮ ਕਰਦਾ ਅਤੇ ਨਾ ਹੀ ਕੋਈ ਨਾਮ ਸਿਮਰਨ ਕਰਦਾ। ਮੇਰੇ ਕਰਕੇ ਹੀ ਪ੍ਰਭੂ ਦੀ ਜਾਣ ਪਛਾਣ ਹੈ ਅਤੇ ਮੈਂ ਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਹਾਂ ਆਦਿ ਵਗੈਰਾ। ਇਹਨਾਂ ਦੇ ਨਾਂ ਖੜ੍ਹੇ ਹੋਣ 'ਤੇ ਵਿਸ਼ਨੂੰ ਜੀ ਨੇ ਵਿਚਾਰਿਆ ਕਿ ਮੇਰੇ ਲਈ ਤਾਂ ਕੋਈ ਖਾਸ ਬਾਤ ਨਹੀਂ, ਸਤਿਕਾਰ ਲਈ ਖਲੋਤੇ ਜਾਂ ਨਾ ਖਲੋਤੇ, ਪਰ ਸੰਸਾਰ ਦੀ ਮਰਜ਼ਾਦਾ ਵਿਗੜ ਜਾਵੇਗੀ। ਇਹ ਸਭ ਕੁਝ ਵਿਚਾਰਦਿਆਂ ਸੰਸਾਰ ਦੀ ਕੁਝ ਰੀਤੀ ਨੂੰ ਨਿਯਮ ਸ਼ੁੱਧ ਕਰਨ ਲਈ ਸ੍ਰੀ ਵਿਸ਼ਨੂੰ ਜੀ ਨੇ ਬ੍ਰਹਮਾ ਅਤੇ ਚਾਰੇ ਵੇਦਾਂ ਨੂੰ ਸਰਾਪ ਰੂਪੀ ਬਚਨ ਇਸ ਪ੍ਰਕਾਰ ਕਰੇ। ਜਾਓ ਹੰਕਾਰੀਓ, ਇੱਥੋਂ ਚਲੇ ਜਾਓ, ਮਾਤ ਲੋਕ ਵਿੱਚ ਜਾਏ ਗਿਰੋ ਤੇ ਅਭਿਮਾਨੀਆਂ ਦੇ ਠਹਿਰਨ ਲਈ ਇੱਥੇ ਕੋਈ ਜਗ੍ਹਾ ਨਹੀਂ। ਮਾਤ ਲੋਕ ਜਾ ਕੇ ਡਿੱਗ ਪਵੋ, ਮਾਤ ਲੋਕ 'ਤੇ ਜਾ ਕੇ ਭਰਮ ਨਾ ਕਰੋ। ਇਹ ਤੋਂ ਨਿਮਰਤਾ ਵਾਲਿਆਂ ਦਾ ਸਥਾਨ ਹੈ। ਇਸ ਪ੍ਰਕਾਰ ਦੇ ਸਰਾਪ ਰੂਪੀ ਬਚਨ ਸੁਣਦਿਆਂ ਹੀ ਸਮੇਤ ਵੇਦਾਂ ਦੇ ਬ੍ਰਹਮਾ ਦਾ ਹੰਕਾਰ ਚੂਰ ਚੂਰ ਹੋ ਗਿਆ। ਯਕਦਮ ਹੀ ਨਿਮਰ ਭਾਵ ਹੋ ਕਰ ਘਾਬਰੇ ਹੋਇਆਂ ਅਰਜ਼ੋਈ ਕੀਤੀ, ਹੇ ਪ੍ਰਭੂ ਜੀਓ, ਆਪ ਜੀ ਕਾ ਬਚਨ ਤ੍ਰੈ ਕਾਲ ਸਤ ਹੈ। ਇਸ ਲਈ ਹੁਣ ਤਾਂ ਸਾਨੂੰ ਜ਼ਰੂਰ ਹੀ ਮਾਤ ਲੋਕ 'ਤੇ ਜਾ ਕਰ ਭਰਮਣਾ ਪਵੇਗਾ, ਪਰ ਆਪ ਕਿਰਪਾਲੂ ਹੋ, ਦਿਆਲੂ ਹੋ, ਸਾਡੇ 'ਤੇ ਤਰਸ ਕਰੋ। ਮਿਹਰਬਾਨੀ ਕਰਕੇ ਇਹ ਫਰਮਾਓ ਕਿ ਆਪ ਦਾ ਇਹ ਸਰਾਪ ਰੂਪੀ ਬਚਨ ਕਦ ਪੂਰਾ ਹੋਵੇਗਾ, ਸਾਡਾ ਉਧਾਰ ਕਿਵੇਂ ਹੋਵੇਗਾ। ਨਿਰਭਾਵ ਆਇਆ ਜਾਣ ਕਰ ਬੇਨਤੀ ਕਬੂਲ ਕਰਦਿਆਂ ਹੀ ਵਿਸ਼ਨੂੰ ਜੀ ਨੇ ਫਰਮਾਇਆ, ਬਚਨ ਕੀਤਾ ਕਿ ਕਲਯੁਗ ਵਿੱਚ ਪਰਮੇਸ਼ਰ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਅਵਤਾਰ ਹੋਣਗੇ। ਉਹਨਾਂ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦੇ ਹਜ਼ੂਰ ਜਦ ਤੁਸੀਂ ਆਪਣੀ ਰਸਨਾ ਤੋਂ ਮਹਿਮਾ ਉਸਤਤ ਰੂਪ ਬਾਣੀ ਸੁਣਾਓਗੇ ਤਾਂ ਇਸ ਸਰਾਪ ਤੋਂ ਖਲਾਸੀ ਹੋ ਜਾਵੇਗੀ। ਸੋ ਤਾਂ ਕਰਕੇ ਚਾਰੇ ਵੇਦਾਂ ਅਤੇ ਬ੍ਰਹਮਾ ਨੂੰ ਬ੍ਰਹਮ ਲੋਕ ਤੋਂ ਮਾਤ ਲੋਕ 'ਤੇ ਆਉਣਾ ਪਿਆ। ਕੁਝ ਸਮਾਂ ਪਾ ਕੇ ਇਹਨਾਂ ਨੇ ਕਾਸ਼ੀ ਵਿਖੇ ਭੱਟ ਸੰਗਿਆ ਵਾਲੇ ਇੱਕ ਬ੍ਰਾਹਮਣ ਦੇ ਘਰ ਜਨਮ ਲਿਆ। ਇੱਕ ਇੱਕ ਵੇਦ ਨੇ ਚਾਰ ਚਾਰ ਸਰੂਪ ਧਾਰੇ ਤਾਂ ਇਸ ਪ੍ਰਕਾਰ ਇਹਨਾਂ ਦੀ ਗਿਣਤੀ ਹੋ ਗਈ ਇਹਨਾਂ ਦੀ 16 ਅਤੇ 16-17 ਸਰੂਪ ਬ੍ਰਹਮਾ ਜੀ, ਜਿਸ ਦਾ ਨਾਮ ਭਿੱਖ ਕਰਕੇ ਪ੍ਰਸਿੱਧ ਹੋਇਆ। ਆਹ ਅੱਗੇ ਪੜ੍ਹੋ ਕਿ ਸਾਡੇ ਭੇਟਾਂ ਦੇ ਵਿੱਚ ਨਾਮ ਇਸ ਪ੍ਰਕਾਰ ਹਨ।
ਜਾਲਪ, ਬੱਲ, ਹਰਵੰਸ, ਮਥਰਾ ਇਹ ਚਾਰੇ ਸ਼ਾਮ ਵੇਦ ਦੇ ਅਵਤਾਰ ਹਨ। ਕਲਸਹਾਰ, ਜਲਨ, ਨਲ ਇਹ ਚਾਰੇ ਰਿਗਵੇਦ ਦੇ ਅਵਤਾਰ ਹਨ। ਟਲ, ਸਲ, ਜਲ, ਭਲ ਇਹ ਚਾਰੇ ਜਰੂਰ ਵੇਦ ਦੇ ਅਵਤਾਰ ਹਨ। ਕੀਰਤ, ਗੇਂਦ, ਦਾਸ ਤੇ ਗੰਗਾ ਇਹ ਚਾਰੇ ਅਥਰਵਣ ਵੇਦ ਦੇ ਅਵਤਾਰ ਹਨ। ਇਹ ਸਾਰੇ 16 ਅਵਤਾਰਾਂ ਤੋਂ ਭੱਟ ਹਨ ਅਤੇ ਜਿਹਦੇ 17 ਬ੍ਰਹਮਾ ਦਾ ਅਵਤਾਰ ਭਿੱਖਾ ਹੈ। ਪ੍ਰਮਾਣ ਲਈ ਦੇਖੋ ਕਿ ਸਰੂਪ ਗੁਰਪ੍ਰਤਾਪ ਸਰੂਪ ਗ੍ਰੰਥ ਦੇ ਰਾਸ ਦੇ ਤੀਜੀ ਅੰਸ਼ ਵਿੱਚ 48 ਅੰਗ ਤੇ ਸੋ ਪ੍ਰੋਕਤ ਕਥਨ ਅਨੁਸਾਰ ਕਾਂਸੀ ਵਿਖੇ ਇਹਨਾਂ ਦਾ ਜਨਮ ਹੋਇਆ। ਬਾਲ ਅਵਸਥਾ ਬਤੀਤਣ ਤੇ ਕਿਸ਼ੋਰ ਅਵਸਥਾ ਤੋਂ ਪੜ੍ਹਾਈ ਆਰੰਭ ਹੋਈ। ਜਵਾਨ ਅਵਸਥਾ ਤੱਕ ਪੂਰਨ ਵਿਦਵਾਨ ਹੋ ਗਏ, ਪਰੰਤੂ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ। ਸੋ ਸੁਰਤ ਵਿੱਚ ਪਿਛਲੇ ਸਰਾਪ ਦੀ ਸੰਭਾਲ ਆਈ ਤਾਂ ਇਹ 17 ਹੀ ਭੱਟ ਪਹਾੜਾਪੁਰੀਆਂ ਵਿੱਚ ਸੰਨਿਆਸੀਆਂ, ਜੋਗੀਆਂ, ਕਰਮਕਾਂਡੀਆਂ, ਤਪੀਆਂ, ਬੈਰਾਗੀਆਂ ਆਦਿ ਕੋਲ ਜਾ ਕੇ 1 ਸਾਲ ਭਰਮਦੇ ਫਿਰਦੇ ਰਹੇ, ਪਰੰਤੂ ਨਾ ਤਾਂ ਸ਼ਾਂਤੀ ਨਸੀਬ ਹੋਈ ਅਤੇ ਨਾ ਹੀ ਕੋਈ ਸਰਾਪ ਦੀ ਨਿਵਰਤੀ ਦਾ ਕੋਈ ਹੱਲ ਹੋ ਸਕਿਆ। ਜਿਵੇਂ ਕਿ ਸਵਈਏ ਮਹੱਲੇ ਤੀਜੇ ਕੇ ਵਿਖੇ ਭੱਟ ਭਿੱਖਾ ਜੀ ਦਾ ਵਰਣਨ ਹੈ। ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚੋ ਲਾਇਓ ਦੇ ਮਹਾਂਵਾਕ ਅਨੁਸਾਰ। ਸੋ ਇਸ ਪ੍ਰਕਾਰ ਨਗਰਾਂ ਗ੍ਰਾਮਾਂ ਵਿੱਚ ਭਰਮਾਣ ਕਰਦਿਆਂ ਪਤਾ ਲੱਗਾ ਕਿ ਪਾਰਬ੍ਰਹਮ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਤਖਤ ਪਰ 5ਵਾਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਪੰਜਾਬ ਵਿੱਚ ਸੁਭਾਏਮਾਨ ਹੋ ਕਰ ਲਕਾਈ ਦਾ ਉਧਾਰ ਕਰਨ ਹਿਤ ਧੁਰਕੀ ਬਾਣੀ ਦਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰ ਰਹੇ ਹਨ। ਇਸ ਪ੍ਰਕਾਰ ਦੇ ਬਚਨ ਸੁਣ ਵਿਚਾਰ ਕੇ ਭੱਟਾਂ ਨੂੰ ਪੱਕਾ ਨਿਹਚਾ ਹੋਇਆ ਤਾਂ ਸ਼ਰਧਾ ਵੱਜ ਗਈ ਕਿ ਉੱਥੋਂ ਸਾਡੇ ਸਰਾਪ ਦੀ ਨਿਰਵਿਰਤੀ ਹੋ ਜਾਵੇਗੀ। ਇਸ ਪ੍ਰਕਾਰ 1603 ਈਸਵੀ ਮੁਤਾਬਕ ਸੰਮਤ 1661 ਬਿਕਰਮੀ ਦੌਰਾਨ ਇਹ 17 ਭੱਟ ਕਾਂਸੀ ਤੋਂ ਚਾਲਾ ਮਾਰ ਕੇ ਸ੍ਰੀ ਅੰਮ੍ਰਿਤਸਰ ਜੀ ਪਹੁੰਚ ਗਏ। ਗੁਰੂ ਰਾਮਦਾਸ ਜੀ ਨਗਰੀ ਦੀਆਂ ਸੰਗਤਾਂ ਤੋਂ ਪਤਾ ਲੱਗਾ ਕਿ ਗੁਰੂ ਪੰਜਵੇਂ ਪਾਤਸ਼ਾਹ ਜੀ ਰਾਮਸਰ ਗੁਰੂ ਬਾਣੀ ਦੀ ਸੇਵਾ ਸੰਭਾਲ ਹਿਤ ਮਗਨ ਹਨ। ਸੋ ਇਹ ਸਾਰੇ ਭੱਟ ਉੱਥੇ ਸ੍ਰੀ ਰਾਮਸਰ ਵਾਲੇ ਅਸਥਾਨ 'ਤੇ ਪਹੁੰਚ ਗਏ। ਭਾਵਨਾ ਅਨੁਸਾਰ ਭੇਟਾ ਅਰਪਣ ਕਰਦਿਆਂ ਗੁਰੂ ਚਰਨਾਂ 'ਤੇ ਮੱਥਾ ਟੇਕਿਆ ਤਾਂ ਯਕਦਮ ਮਨ ਨੂੰ ਸ਼ਾਂਤੀ ਆਈ ਤਾਂ ਚਿੱਤ ਵਿੱਚ ਹੋਰ ਪੱਕਾ ਨਿਸ਼ਚਾ ਹੋ ਗਿਆ ਕਿ ਇੱਥੋਂ ਹੀ ਸਾਡੇ ਸਰਾਪ ਦਾ ਨਿਪਟਾਰਾ ਹੋਵੇਗਾ। ਤਾਂ 17 ਹੀ ਭੱਟਾਂ ਨੇ ਗਲ ਵਿੱਚ ਪੱਲੂ ਪਾ ਕੇ ਹੱਥ ਜੋੜਦਿਆਂ ਅਰਜ਼ੋਈ ਕੀਤੀ, ਹੇ ਗਰੀਬਾਂ ਨੂੰ ਨਿਵਰਨ ਵਾਲੇ ਅਤੇ ਨਿਵਾਰਨ ਵਾਲੇ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਗਰੀਬਾਂ ਨੂੰ ਨਵਿਜਣ ਵਾਲੇ ਅਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਸ਼ਰਨ ਪਾਇਆਂ ਦੀ ਲਾਜ ਰੱਖਣ ਵਾਲੇ ਸੁਆਮੀ ਜੀਓ, ਜੇ ਸਾਨੂੰ ਪੂਰਬਲੇ ਜਨਮ 'ਚ ਸਰਾਪ ਲੱਗਿਆ ਹੈ, ਹੁਣ ਉਸ ਦੀ ਔਧ ਪੂਰੀ ਹੋ ਗਈ ਹੈ। ਹੁਣ ਅਸੀਂ ਆਪ ਦੀ ਸ਼ਰਨਾਂ ਵਿੱਚ ਹਾਂ। ਕਿਰਪਾ ਕਰਕੇ ਪੂਰਬਲੇ ਸਰਾਪ ਦਾ ਨਿਪਟਾਰਾ ਕਰਕੇ ਆਪ ਦੇ ਚਰਨਾਂ ਵਿੱਚ ਲਗਾਓ ਜੀ। ਅੰਤਰਜਾਮੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਮੁਖਾਰਬਿੰਦ 'ਚੋਂ ਬਚਨ ਕਰਦਿਆਂ ਫਰਮਾਇਆ ਕਿ ਤੁਹਾਡੇ ਪੂਰਬਲੇ ਸਰਾਪ ਦਾ ਨਿਪਟਾਰਾ ਤਾਂ ਹੋ ਸਕਦਾ ਹੈ, ਪਹਿਲਾਂ ਤੁਸੀਂ ਸਾਰੇ ਭੱਟ ਧੰਨ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਵਾ ਮਹਿਮਾ ਕਰੋ, ਤਾਂ ਹੀ ਤੁਹਾਡੇ ਸਰਾਪ ਦੀ ਨਿਵਰਤੀ ਹੋ ਸਕਦੀ ਹੈ। ਭੱਟਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਬਚਨ ਸੁਣਾ ਕੇ ਬੇਨਤੀ ਕੀਤੀ, ਇਹ ਪਾਤਸ਼ਾਹ ਜੀਓ, ਪਹਿਲਾਂ ਆਪ ਜੀ ਆਪਣੇ ਪਾਵਨ ਮੁਬਾਰਕ ਦੁਆਰਾ ਮੁਖਾਰਬਿੰਦ ਦੁਆਰਾ ਪਰਮੇਸ਼ਰ ਜੋਤ ਗੁਰੂ ਸਾਹਿਬ ਜੀ ਦੀ ਉਪਮਾ ਉਚਾਰਨ ਕਰਕੇ ਸਾਨੂੰ ਰੀਤੀ ਸਮਝਾਓ ਜੀ। ਜਿਸ ਪ੍ਰਕਾਰ ਆਪ ਸਮਤ ਬਖਸ਼ੋਗੇ
ਫਿਰ ਉਸੇ ਪ੍ਰਕਾਰ ਹੀ ਅਸੀਂ ਉਸਤਤ ਸੋਭਾ ਉਚਾਰਨ ਕਰ ਦਿਆਂਗੇ। ਉਪਰੋਕਤ ਸੰਵਾਦ ਉਪਰੰਤ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾ ਸਿਰਲੇਖ ਹੇਠ ਪਹਿਲੇ ਨੌਵੇਂ ਮਹੱਲੇ ਸਵਈਏ ਪਹਿਲੇ ਪਾਤਸ਼ਾਹ ਦੀ ਪਾਰਬਲ ਅਕਾਲ ਪੁਰਖ ਦਾ ਨਾਮ ਅਤੇ ਅਭੇਦਤਾ ਰੂਪ ਉਚਾਰਨ ਕਰਕੇ ਫਿਰ ਅਗਲੇ 11ਵੇਂ ਸਵਈਏ ਦੇ ਅਭਿਆਸ ਦੀ ਨਿਵਰਤੀ, ਨਾਮ ਦਾ ਜਸ, ਮੋਹ ਆਦਿ ਦੀ ਨਿਵਰਤੀ ਆਦਿ ਦੇ ਬਹੁਤ ਅਮੋਲਕ ਅੰਮ੍ਰਿਤਮਈ ਕਲਿਆਣਕਾਰੀ ਸਵਈਆਂ ਦੀ ਚਾਲ ਵਿੱਚ ਪੜ੍ਹਨ, ਸ਼ਬਦ ਉਚਾਰਨ ਕਰਕੇ ਭੱਟਾਂ ਨੂੰ ਸਮਝਾਉਣ ਲਈ 20 ਸਵਈਏ ਸੁਣਾਉਂਦੇ ਤਾਂ ਉਸੇ ਹੀ ਚਾਲ ਅਨੁਸਾਰ ਭੱਟਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਮਾ 10 ਸਵਈਏ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹਿਮਾ ਵਿੱਚ 10 ਸਵਈਏ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਵਿੱਚ 22 ਸਵਈਏ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਮਹਿਮਾ ਵਿੱਚ 60 ਸਵਈਏ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿਮਾ ਵਿੱਚ 21 ਸਵਈਏ ਉਚਾਰਨ ਕਰਕੇ ਗੁਰੂ ਦੀਆਂ ਆਸੀਸਾਂ ਪ੍ਰਾਪਤ ਕੀਤੀਆਂ। ਸੋ ਪਰਮੇਸ਼ਵਰ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਅਵਤਾਰ ਦਿਵਸ ਅਰਧ ਸ਼ਤਾਬਦੀ ਪਾਵਨ ਦਿਹਾੜਾ 2019 ਈਸਵੀ 2076 ਬਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸੀ ਨੂੰ ਆ ਰਿਹਾ ਹੈ, ਜੋ ਕਿ ਹੁਣ ਬੀਤ ਚੁੱਕਾ ਹੈ। ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਸ਼ਰਧਾਲੂ ਸੰਤਾਂ, ਮਹੰਤਾਂ, ਸਮੂਹ ਸੰਗਤਾਂ, ਸਭਾ ਸੁਸਾਇਟੀਆਂ, ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ ਅਤੇ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘਾਂ ਦਲਾਂ, ਖਾਲਸਾ ਪੰਥ, ਇਹਨਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ, ਪ੍ਰੇਮ ਅਤੇ ਭਗਤ ਸੰਯੁਕਤ ਕਥਾ ਕੀਰਤਨ, ਨਾਮ ਸਿਮਰਨ ਜਥਾ ਸ਼ਕਤ ਉਪਰਾਲੇ ਕਰਕੇ ਮਨਾਇਆ ਜਾ ਰਿਹਾ ਹੈ।